मैं कि मुड़ जा एल है याद कर रही अम्मी याद कर रही久しぶりですइस तरह बैठे ने टीवी ਵੇਖਦੇ ਨੇ ਅੱਜ ਕਰਕੇ ਇੱਥੇ ਤੇ ਮੇਰੇ ਨਾਲ ਸ਼ਾਦੀ ਤੋਂ ਬਾਅਦ 1000 ਕਿਲੋਮੀਟਰ ਦੂਰ ਇੱਕ ਦੂਸਰੇ ਸ਼ਹਿਰ 'ਚ ਜਾ ਕੇ ਮੇਰੇ ਨਾਲ ਵਸੀ ਹੈ ਓਕੇ ਬਾਏ ਬਾਏ अस्सलाम वालेकुम दोस्तों होटल 'ਚ ਰਾਤ ਨੂੰ ਚੈੱਕ ਇਨ ਕਰ ਲਿਆ ਸੀ ਹੁਣ ਅਸੀਂ ਜਾ ਰਹੇ ਹਾਂ ਸਵੇਰ ਦਾ ਬ੍ਰੇਕਫਾਸਟ ਕਰਨ ਨਾਸ਼ਤਾ ਕਰਨ ਹੋਟਲ ਦੇ ਵਿੱਚ ਜ਼ਿਆਦਾਤਰ ਜਦੋਂ ਅਸੀਂ ਕਮਰਾ ਲੈਂਦੇ ਹਾਂ ਤੇ ਉਹਦੇ ਵਿੱਚ ਦੋਨੋਂ ਆਪਸ਼ਨ ਹੁੰਦੀਆਂ ਨੇ ਕਿ ਤੁਸੀਂ ਬ੍ਰੇਕਫਾਸਟ ਦੇ ਨਾਲ ਲੈਣਾ ਚਾਹੁੰਦੇ ਹੋ ਜਾਂ ਵਿਦਆਊਟ ਬ੍ਰੇਕਫਾਸਟ ਤੇ ਸਵੇਰ ਦਾ ਨਾਸ਼ਤਾ ਹੋਟਲਾਂ 'ਚ ਅੱਛਾ ਹੁੰਦਾ ਆਪਸ਼ਨ ਵੀ ਹੁੰਦੀ ਹੈ ਕਾਫੀ ਅੰਡੇ ਸ਼ੰਡੇ ਇਹ ਉਹ ਕਾਫੀ ਹਲਾਲ ਚੀਜ਼ਾਂ ਮਿਲ ਜਾਂਦੀਆਂ ਨੇ ਤੇ ਫਿਰ ਉਹ ਅਸੀਂ ਹੁਣ ਨਾਸ਼ਤਾ ਕਰਨ ਲੱਗੇ ਹਾਂ ਫਿਰ ਅਸੀਂ ਸਾਸੂ ਮਾਂ की तरफ जाएंगे ਸੁਬਹ ਦੇ ਨਾਸ਼ਤੇ ਤੁਹਾਨੂੰ ਨਾ ਕਾਫੀ ਆਪਸ਼ਨਸ ਮਿਲ ਜਾਂਦੀਆਂ ਨੇ 1000 ਰੁਪਇਆ ਪਲੱਸ ਦੇਣਾ ਪੈਂਦਾ ਹੈ ਤੇ ਯਾਨੀ ਕਿ ਅਸੀਂ 1000 ਤੋਂ ਜ਼ਿਆਦਾ ਹੀ ਖਾ ਸਕਦੇ ਹਾਂ ਬਾਹਰ ਕਿਤੇ ਅਸੀਂ ਜਾਈਏ ਤੇ ਉੱਥੇ ਸਾਨੂੰ ਇੰਨੀ ਆਪਸ਼ਨਸ ਨਹੀਂ ਮਿਲਦੀਆਂ ਨੇ ਘੱਟ ਪੈਸਿਆਂ 'ਚੋਂ ਵੀ ਇੰਨਾ ਅੱਛਾ ਹੈਲਦੀ ਖਾਣਾ ਸੜ ਗਿਆ ਇਹ ਸਾਡਾ ਮੁਕੰਮਲ ਨਾਸ਼ਤਾ ਇਹ ਜੈਪਨੀਜ਼ ਸੂਪ ਹੈ ਇਹਦਾ ਨਾਮ ਹੈ ਮਿਸੋ ਸੂਪ ਔਰ ਇਹ ਵੀ ਮਿਲਕ ਇਹ ਵੀ ਇੱਕ ਸੂਪ ਹੈ ਇਹਦੇ ਵਿੱਚ ਇਹ ਜਿਹੜਾ ਨਾ ਕੀ ਨਾ ਇਹਦਾ ਅਰਬੀ ਨਹੀਂ ਹੁੰਦੀ ਅਰਬੀ ਨੂੰ ਛਿੱਲ ਕੇ ਤੇ ਉਹਨੂੰ ਇੰਝ ਉਬਾਲਿਆ ਬਹੁਤ ਮਜ਼ੇਦਾਰ ਫਰੈਸ਼ ਇਹ ਅੰਡਾ ਇਹ ਪੋਟੈਟੋ ਇਹ ਚਿਕਨ ਇਹ ਵੀ ਅੰਡਾ ਤੇ ਇਹ ਨਾਲ ਆ ਗਈ ਸਲਾਦ ਜਿਹੜਾ ਬ੍ਰੇਕਫਾਸਟ ਦਾ ਟਾਈਮ ਹੈ ਉਹਦੀ ਡੈਡਲਾਈਨ ਹੈ 9 ਵਜੇ ਅਗਰ ਕੋਈ 9 ਵਜੇ ਵੀ ਬੰਦਾ ਯਾਨੀ ਕਿ 9 ਤੋਂ 1 ਮਿੰਟ ਪਹਿਲੇ ਵੀ ਕੋਈ ਬੰਦਾ ਐਂਟਰ ਹੁੰਦਾ ਹੈ ਉਹ ਆਪਣੀਆਂ ਪਲੇਟਾਂ ਭਰ ਲੈਂਦਾ ਤੇ ਉਹ ਖਾ ਸਕਦੇ ਸਾਈਡ ਤੇ ਬਹਿ ਕੇ ਨਾ ਲੇਕਿਨ 8:45 ਮਿੰਟਾਂ ਤੇ ਸਾਰੇ ਬੰਦੇ ਜਿਹੜੇ ਨੇ ਉਹ ਖਾਣਾ ਖੁਣਾ ਖਾ ਕੇ ਚਲੇ ਗਏ ਨੇ ਹੁਣ ਕੋਈ ਬੰਦਾ ਆਏਗਾ ਹੀ ਨਹੀਂ ਇਹ ਜਾਪਾਨ ਦੇ ਵਿੱਚ ਬੜੀ ਚੀਜ਼ ਆਮ ਮਿਲੇਗੀ ਕਿ ਲੋਕ ਡੈਡਲਾਈਨ ਤੋਂ 15 ਮਿੰਟ ਪਹਿਲੇ ਹੀ ਉਹਨੂੰ ਡੈਡਲਾਈਨ ਸਮਝਦੇ ਨੇ ਔਰ ਉਹਦੇ ਤੇ ਅਮਲ ਕਰਦੇ ਨੇ ਸਾਡਾ ਵੀ ਖਤਮ ਹੋ ਗਿਆ 9:45 ਤੇ ਮੈਂ ਤੇ ਥੋੜਾ ਜਿਹਾ ਕਲਿੱਪ ਬਣਾ ਕੇ ਤੇ ਮੈਂ ਵੀ ਨਿਕਲ ਰਿਹਾ ਮੁਕਾ ਦਿੱਤਾ ਸੀ ਵੀ ਸਾਰਾ ਕੁਝ ਤੇ ਹੁਣ ਮੈਂ ਜਾ ਰਿਹਾ ਆਪਣੀ ਬੀਵੀ ਨੂੰ ਲੈ ਕੇ ਆਪਣੀ ਸੱਸ ਦੇ ਕੋਲ ਸੱਸ ਨੂੰ ਮਿਲਾਂਗੇ ਫਿਰ ਉਹਨਾਂ ਦੇ ਛੋਟੇ ਛੋਟੇ ਕੰਮ ਨੇ ਜਿਹੜੇ ਕਿ ਅਸੀਂ ਆ ਕੇ ਕਰਵਾਉਣੇ ਸਨ ਮਤਲਬ ਹੈ ਕਿ ਉਹਨਾਂ ਦੀ ਸਿਮ ਦਾ ਕੋਈ ਮਸਲਾ ਚੱਲ ਰਿਹਾ ਬਹੁਤ ਛੋਟੀਆਂ ਬੜੀਆਂ ਚੀਜ਼ਾਂ ਨੇ ਉਹ ਬਹੁਤ ਜ਼ਈਫ ਨੇ ਤੇ ਉਹਨਾਂ ਨੂੰ ਗੱਡੀ ਦੇ ਵਿੱਚ ਲੈ ਕੇ ਜਾਵਾਂਗੇ ਉਹਨਾਂ ਨੇ ਸਾਰੇ ਕੰਮ ਮੁਕਾ ਕੇ ਉਹਨਾਂ ਨੂੰ ਘਰ ਛੱਡਾਂਗੇ ਤੇ ਫਿਰ ਮੇਰੀ ਬੀਵੀ ਨੇ ਆਪਣੀ ਇੱਕ ਪੁਰਾਣੀ ਸਹੇਲੀ ਨੂੰ ਮਿਲਣਾ ਤੇ ਫਿਰ ਮੈਂ ਇਹਨੂੰ ਉਹ ਸਹੇਲੀ ਦੇ ਨਾਲ ਛੱਡ ਕੇ ਤੇ ਆਪ ਥੋੜਾ ਜਿਹਾ ਅਵਾਰਾਗਰਦੀ ਕਰ ਲਾਂਗਾ ਕਿਉਂਕਿ ਮੈਂ ਚਾਹੁੰਦਾ ਹਾਂ ਕਿ ਆਪਣੀ ਸਹੇਲੀ ਨੂੰ ਟਾਈਮ ਦੇ ਦੇਵੇ ਚਲੋ ਹੁਣ ਚੱਲੀਏ ਫਿਰ ਕਿਉਂ ਕਹੀ ਨੇ ਇਹਨਾਂ ਦੀ ਜ਼ਬਾਨ ਵੀ ਜਿਹੜੀ ਹੈ ਉਹ ਹੋਰ ਹੈ ਇਹ ਆਪਸ ਵਿੱਚ ਜਾਪਾਨੀ 'ਚ ਗੱਲ ਕਰ ਰਹੇ ਨੇ ਬੰਦੇ ਨੇ ਲੋਕਲ ਮੈਨੂੰ ਕੋਈ ਸਮਝ ਨਹੀਂ ਆ ਰਹੀ ਕਮਰੇ 'ਚ ਆਪਣੀਆਂ ਜ਼ਰੂਰੀ ਚੀਜ਼ਾਂ ਲੈਣੀਆਂ ਨੇ ਲੈ ਕੇ ਤੇ ਬਸ ਅਸੀਂ ਹੁਣ ਨਿਕਲਨੇ ਹਾਂ ਅੱਛਾ ਇੱਥੇ ਇੱਕ ਹੋਰ ਚੀਜ਼ ਹੈ ਕਿ ਠੰਡ ਹੈ ਅਜੇ ਵੀ ਇਹ ਸਾਡਾ ਕਮਰਾ ਹੈ ਠੀਕ ਹੈ ਤੇ ਬੜਾ ਬੈੱਡ ਬਹੁਤ ਕੰਫਰਟੇਬਲ ਹੈ ਲੇਕਿਨ ਉਹਦੇ ਬਾਵਜੂਦ ਨੀਂਦ ਨਹੀਂ ਸਾਨੂੰ ਪੈਂਦੀ ਰਾਤ ਨੂੰ ਨਾ ਕਿਉਂਕਿ ਓਪਰੀ ਜਗ੍ਹਾ ਦੇ ਉੱਤੇ ਨਾ 1-2 ਦਿਨ ਬੰਦਾ ਐਡਜਸਟ ਹੋਣ 'ਚ ਲਾਉਂਦਾ ਇੱਥੇ ਅਸੀਂ ਵੈਸੇ 4 ਦਿਨ ਰੁਕਣੇ ਹੁੰਦੀਆਂ ਨੇ ਆਪਣੇ ਪਿੰਡ ਦੀਆਂ ਗੱਲਾਂ ਜਿੱਥੇ ਬੰਦਾ ਪੈਦਾ ਹੁੰਦਾ ਜਿੱਥੇ ਵੱਡਾ ਹੁੰਦਾ ਓਸਾਕਾ ਦੇ ਵਿੱਚ ਇਹਨੂੰ ਨਾਲ ਦੀ ਗਲੀ ਦਾ ਕੋਈ ਨਹੀਂ ਪਤਾ ਤੇ ਆਪੇ ਹੀ ਮੈਪ ਖੋਲ ਲੈਂਦੀ ਫਟਾਫਟ ਮੋਬਾਈਲ ਹੱਥ 'ਚ ਫੜ ਲੈਂਦੀ ਹੈ ਇੱਥੇ ਕਹਿ ਰਹੀ ਹੈ ਮੈਪ ਨਹੀਂ ਲਾਣਾ ਮੈਂ ਤੈਨੂੰ ਦੱਸਾਂਗੀ ਸੱਜੇ ਖੱਬੇ ਕਿੱਧਰ ਮੁੜਨਾ ਹੈ ਕਿੱਧਰ ਜਾਣਾ ਇਹ ਸਾਰੀ ਜ਼ਿੰਦਗੀ ਇਹਨੇ ਇੱਥੇ ਹੀ ਗੁਜ਼ਾਰੀ ਹੈ ਤੇ ਮੇਰੇ ਨਾਲ ਸ਼ਾਦੀ ਤੋਂ ਬਾਅਦ 1000 ਕਿਲੋਮੀਟਰ ਦੂਰ ਇੱਕ ਦੂਸਰੇ ਸ਼ਹਿਰ 'ਚ ਜਾ ਕੇ ਮੇਰੇ ਨਾਲ ਵਸੀ ਹੈ ਉਹ ਸ਼ਹਿਰ ਇਸ ਸ਼ਹਿਰ ਤੋਂ ਬਹੁਤ ਜ਼ਿਆਦਾ ਡਿਫਰੈਂਟ ਹੈ ਇਸੇ ਤਰ੍ਹਾਂ ਹੀ ਜਿਸ ਤਰ੍ਹਾਂ ਕਿ ਕੋਈ ਬਹੁਤ ਹੀ ਛੋਟੇ ਜਿਹੇ ਟਾਊਨ ਤੋਂ ਉੱਠ ਕੇ ਕੋਈ ਬੰਦਾ ਲਾਹੌਰ ਜਾਂ ਕਰਾਚੀ ਚਲਾ ਜਾਵੇ ਮੈਂ ਕਹਿੰਦਾ ਕਿ ਮੁੜਨ ਤੋਂ ਪਹਿਲੇ ਮੈਨੂੰ ਥੋੜਾ ਜਿਹਾ ਦੱਸ ਦੇਈਂ ਇਹ ਨਾ ਹੋਵੇ ਕਿ ਪੂਰਾ ਪੁਆਇੰਟ ਤੇ ਆ ਕੇ ਕਿ ਮੁੜ ਜਾ ਐਲ ਹੈ ਯਾਦ ਕਰ ਰਹੀ ਅੰਮੀ ਯਾਦ ਕਰ ਰਹੀ ਇਨ ਪਾਕਿਸਤਾਨ ਵੀ ਬਲੀਵ ਦੈਟ ਵੈਨ ਵੀ ਹੈਵ ਕੁਸ਼ਾਮੀ ਹੁੰਦਾ ਹੈ ਨਿਚ somebody is missing us desperately ਸੋ ਤੈਨੂੰ ਵੀ ਤੇਰੀ ਮਾਂ ਯਾਦ ਕਰ ਰਹੀ ਹੈ ਉਹ ਕਾਸਾਨ ਨੇ ਵੇਖੋ ਨਾ ਹੁਣ ਇਹਨੇ ਕਲੀਅਰ ਕੀਤਾ ਕਿ ਇਹ ਨਹੀਂ ਕਿ ਤੁਹਾਨੂੰ ਕੋਈ ਯਾਦ ਕਰ ਰਿਹਾ ਇਹ ਵੇ ਕਿ ਤੁਹਾਨੂੰ ਕੋਈ ਅੱਛੇ ਜਾਂ ਬੁਰੇ ਲਫ਼ਜ਼ਾਂ 'ਚ ਯਾਦ ਕਰ ਰਿਹਾ ਯਾਨੀ ਕਿ ਕੋਈ ਰੋਮਰਸ ਫੈਲ ਰਹੇ ਨੇ ਤੁਹਾਡੇ ਵਾਸਤੇ ਕਿ ਉਹ ਯਾਰ ਉਹ ਬੰਦਾ ਹੁੰਦਾ ਸੀ ਉਹ ਬੰਦਾ ਕਿੱਥੇ ਹੋਣਾ ਹੈ ਉਹ ਬੰਦਾ ਕਿੱਥੇ ਗਿਆ ਹੈ ਇਹਦਾ ਤਾਲੁਕ ਹੈ ਨਿਚ ਦੇ ਨਾਲ ਯਾਨੀ ਕਿ ਅੱਛੀ ਜਾਂ ਬੁਰੀ ਯਾਦ ਦੋਨੋਂ ਹੋ ਸਕਦੀਆਂ ਨੇ ਆਈ ਕੈਨ ਫੀਲ ਯੋਰ ਹੈਪੀਨੈਸ ਕਹਿ ਰਹੀ ਹੈ ਕਿ 8 ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਚੀਜ਼ਾਂ ਚੇਂਜ ਹੋ ਗਈਆਂ ਨੇ ਉੱਤੋਂ ਜਾਪਾਨ ਜਿਹੜਾ ਉਹ ਵੈਸੇ ਹੀ ਇੰਨਾ ਐਡਵਾਂਸ ਹੈ ਕਿ ਫੌਰਨ ਚੀਜ਼ਾਂ ਜਿਹੜਾ ਅਡਾਪਟ ਕਰਦਾ ਹੈ ਨਵੀਂ ਟੈਕਨੋਲੋਜੀ ਨਵੀਆਂ ਬਿਲਡਿੰਗਸ ਤੇ ਇਹ ਤੇ ਉਹ ਇੱਥੇ ਬਹੁਤ ਜ਼ਿਆਦਾ ਨਵੇਂ ਸਟੋਰਸ ਬਣ ਚੁੱਕੇ ਨੇ ਨਵੇਂ ਸ਼ਾਪਿੰਗ ਮਾਲਸ ਬਣ ਚੁੱਕੇ ਨੇ ਲੋ ਜੀ ਸਾਸੂ ਮਾਂ ਕੋਲ ਪਹੁੰਚ ਗਏ久しぶりです
全然大丈夫。ここをさ、右に曲がったらまっすぐずっと奥まで。私死ぬので奥な。うん。はいはいはい。どうぞ。すみません。寒い。सर्दी लग रही बहुत ज़्यादा कह रहे ने कि मैं मार ही ना जावा ਇਹਨਾਂ ਦੋਵਾਂ ਮਾਵਾਂ ਧੀਆਂ ਨੂੰ ਬਹੁਤ ਫੁੱਲ ਠੰਡ ਲੱਗ ਰਹੀ ਤੇ ਮੈਂ ਇੰਜੋਏ ਕਰ ਰਿਹਾ ਬੜਾ ਜ਼ਬਰਦਸਤ ਮੌਸਮ ਹੈ ਠੰਡੀ ਠੰਡੀ ਹਵਾ ਚੱਲ ਰਹੀ ਹੈ ਅੱਛਾ ਜੀ ਇਹ ਬਿਲਡਿੰਗ ਇੱਥੇ ਰਹਿੰਦੇ ਨੇ ਇਹ ਸਾਰੀਆਂ ਬਿਲਡਿੰਗਸ ਜਿਹੜੀਆਂ ਤੁਸੀਂ ਨਜ਼ਰ ਆ ਰਹੀਆਂ ਤੁਹਾਨੂੰ ABCDE ਇੱਥੇ ਸਾਰੀਆਂ ਬਿਲਡਿੰਗਸ ਦੇ ਵਿੱਚ ਨਾ ਬੁੱਢੇ ਲੋਕ ਰਹਿੰਦੇ ਨੇ ਜਾਂ ਉਹ ਲੋਕ ਜਿਹੜੇ ਗਰੀਬ ਨੇ ਜਿਹੜੇ ਅਫੋਰਡ ਨਹੀਂ ਕਰ ਸਕਦੇ ਯਾਨੀ ਕਿ ਇਹਦੇ ਵਿੱਚ ਗਰੀਬੀ ਅਮੀਰੀ ਦਾ ਕੋਈ ਤਾਲੁਕ ਨਹੀਂ ਹੈ ਗੌਰਮੈਂਟ ਇੱਕ ਸਹੂਲਤ ਦਿੰਦੀ ਹੈ ਉਹਨਾਂ ਲੋਕਾਂ ਨੂੰ ਜਿਹੜੇ ਕਿ ਟੈਕਸ ਪੇਅਰ ਹੋਣ ਜਾਂ ਮਜਬੂਰ ਹੋਣ ਕਿਸੇ ਵਜ੍ਹਾ ਤੋਂ ਬਿਮਾਰੀ ਦੀ ਵਜ੍ਹਾ ਤੋਂ ਕਿਸੇ ਵੀ ਮੁਖਤਲਿਫ ਸਿਨੈਰੀਓਜ਼ ਦੇ ਵਿੱਚ ਨਾ ਯਾਨੀ ਕਿ ਸਿਰਫ ਗਰੀਬਾਂ ਵਾਸਤੇ ਹੀ ਇੱਥੇ ਅਮੀਰ ਗਰੀਬ ਸਾਰੇ ਕਿਸਮ ਦੇ ਲੋਕ ਰਹਿੰਦੇ ਨੇ ਔਰ ਦੁਨੀਆ ਜਹਾਨ ਦੀਆਂ ਸਹੂਲਤਾਂ ਨੇ ਇੱਥੇ ਤੇ ਇੱਥੇ ਮਹਿਮਾਨਾਂ ਵਾਸਤੇ ਇੱਕ ਅਲੱਗਾ ਪਾਰਕਿੰਗ ਦੱਸਣੀ ਪੈਂਦੀ ਕਿ ਮੈਨੂੰ ਕੋਈ ਮਿਲਣ ਆ ਰਿਹਾ ਨਾ ਤੇ ਉੱਥੇ ਅਸੀਂ ਗੱਡੀ ਲਾ ਕੇ ਤੇ ਹੁਣ ਅਸੀਂ ਉੱਤੇ ਚੱਲੇ ਹਾਂ ਸਰਦੀ ਬਹੁਤ ਜ਼ਿਆਦਾ ਹੈ ਇਹਨਾਂ ਵਾਸਤੇ ਨਾ ਹੁਣ ਬਾਕੀ ਉੱਤੇ ਕਮਰੇ 'ਚ ਜਾ ਕੇ ਬਹਿੰਦੇ ਹਾਂ ਇਹਨਾਂ ਨੇ ਕਿਹਾ ਕਿ ਪਹਿਲੇ ਹਲੇ ਟਾਈਮ ਹੈ ਥੋੜ੍ਹਾ ਜਿਹੜਾ ਅਸੀਂ ਕੰਮ ਕਰਨ ਜਾਣਾ ਉਹ ਹਲੇ ਉਹਦੀ ਅਪਾਇੰਟਮੈਂਟ ਦਾ ਟਾਈਮ ਨਹੀਂ ਆਇਆ ਤੇ ਤੁਸੀਂ ਉੱਤੇ ਆ ਜਾਓ ਮੇਰੇ ਕਮਰੇ ਦੇ ਵਿੱਚ ਨਾ ਉੱਥੇ ਗੱਪਸ਼ਪ ਲਾਉਂਦੇ ਹਾਂ ਤੇ ਫਿਰ ਜਾਵਾਂਗੇ ਮੈਂ ਜ਼ਰਾ ਇਹਨਾਂ ਨੂੰ ਡਿਸਟਰਬ ਨਹੀਂ ਕਰ ਰਿਹਾ ਹੁਣ ਗੱਪਸ਼ਪ ਲਾ ਰਹੇ ਨੇ ਔਰ ਐਸੀ ਜ਼ੁਬਾਨ 'ਚ ਗੱਲ ਕਰ ਰਹੇ ਨੇ ਮੈਨੂੰ ਸਮਝ ਹੀ ਨਹੀਂ ਆ ਰਹੀ ਯਾਨੀ ਕਿ ਇੱਥੋਂ ਦਾ ਲੋਕਲ ਡਾਇਲੋਗ ਹੈ ਜਾਪਾਨੀ ਜ਼ੁਬਾਨ ਹੀ ਹੈ ਵੈਲਕਮ ਹੋਮ ਬੁੱਢਿਆਂ ਦੇ ਹਿਸਾਬ 'ਤੇ ਇਹਨਾਂ ਨੇ ਡਿਜ਼ਾਈਨ ਕੀਤਾ ਹੈ ਕਮਰੇ ਨਾ ਸਾਰੇ ਗੌਰਮੈਂਟ ਇਹਨਾਂ ਨੂੰ ਬਹੁਤ ਜ਼ਿਆਦਾ ਸਹੂਲਤਾਂ ਦਿੰਦੀ ਹੈ ਔਰ ਇਹ ਤੁਹਾਨੂੰ ਦਿਖਾਉਣ ਲੱਗਾ ਕਿ ਇਹ ਸਭ ਕੁਛ ਹੈ ਮਕਾਨ ਸ਼ਕਾਨ ਸਭ ਕੁਝ ਫ੍ਰੀ ਹੈ ਗੌਰਮੈਂਟ ਖਰਚਾ ਉਠਾਉਂਦੀ ਹੈ ਇਹਨਾਂ ਨੇ ਡਿਜ਼ਾਈਨ ਕੀਤਾ ਬੁੱਢਿਆਂ ਵਾਸਤੇ ਇਹ ਸਾਰਾ ਏਰੀਆ ਜਿਹੜਾ ਨਾ ਇਹ ਵੇਖ ਰਹੇ ਮੈਨੂੰ ਫੜ ਕੇ ਤਾਂ ਕਿ ਕੁਛ ਸ਼ੂਜ਼ ਵਗੈਰਾ ਪਾਉਣੇ ਹੋਣ ਜਾਂ ਨਿਕਲਣਾ ਹੋਵੇ ਤਾਂ ਕਿ ਡਿੱਗਣ ਨਾ ਬਾਕੀ ਇਹ ਸਾਸੂ ਮਾਂ ਮੇਰੇ ਜਿਹੜੇ ਨੇ ਵੀ ਬਹੁਤ ਸਾਫ਼ ਨੇ ਇਹਨਾਂ ਦਾ DNA ਜਿਹੜਾ ਸਫਾਈ ਵਾਲਾ ਮੇਰੀ ਬੇਗਮ 'ਚ ਵੀ ਮੁੰਤਕਿਲ ਹੈ ਇਹ ਵੇਖੋ ਕਿੰਨੇ ਸਾਲਾਂ ਤੋਂ ਇੱਥੇ ਰਹਿ ਰਹੇ ਨੇ ਇੰਝ ਕੋਈ ਸਫਾਈ ਐਸ ਮੈਸ ਇਹ ਹਮੇਸ਼ਾ ਹੀ ਇੰਝ ਰਹਿੰਦਾ ਇਹ ਜਾਪਾਨੀਆਂ ਦੀ ਆਦਤ ਹੈ ਇਹਨਾਂ ਨੇ ਹਰ ਚੀਜ਼ ਇਸ ਤਰ੍ਹਾਂ ਆਪਣੀ ਇੱਕ ਇੱਕ ਚੀਜ਼ ਲਿਖਣੀ ਹੈ ਕਿੱਥੇ ਜਾਣਾ ਕਿਵੇਂ ਜਾਣਾ ਕੀ ਕਰਨਾ ਹੈ ਸਾਰਾ ਦਵਾਈਆਂ ਸ਼ਵਾਈਆਂ ਇਹ ਉਹ ਸਾਰੀਆਂ ਨਾ ਇਹ ਮੈਂ ਬਲਰ ਇਸ ਲਈ ਕੀਤੀਆਂ ਨੇ ਤਾਂ ਕਿ ਇਹਨਾਂ ਦੀ ਕੁਛ ਪਰਸਨਲ ਚੀਜ਼ਾਂ ਲਿਖੀਆਂ ਹੋਈਆਂ ਨੇ ਤੇ ਮੈਂ ਬਲਰ ਕਰ ਦਿੱਤਾ ਹੈあ、そう。私、熊です。前よりちょっと痩せてると思う。痩せたよ。ちょっと。それも気をつけてると大丈夫。めっちゃ吐くわ、あんまり良くない。頭痛い。頭痛い。一日で何回も吐いたりするから。湿布と熱冷ましってあるよ。私話せないんだ。熱冷ましってのも話せないの。あれ、気分びっくりだよ。36.6度2分で、もう頭がありそうにないの。そんなの週もあるんだよ。ਜੈਕਟ ਪਵਾ ਦਿੱਤੀ ਸਾਸੂ ਮਾਂ ਨੂੰ ਠੰਡ ਬਹੁਤ ਲੱਗ ਰਹੀ ਸੀ ਇਹਨਾਂ ਨੂੰ ਇਹ ਵੇਖੋ ਕਿੰਨਾ ਖੁੱਲਾ ਖੁੱਲਾ ਇੱਥੇ ਏਰੀਆ ਉਹ ਸਾਹਮਣੇ ਗਰਾਊਂਡ ਹੈ ਫਿਰ ਇੱਥੇ ਸਾਰੀਆਂ ਚੀਜ਼ਾਂ ਵੀ ਨਾਲ ਨਾਲ ਹੀ ਨੇ ਯਾਨੀ ਕਿ ਇਹ ਛੋਟਾ ਜਿਹਾ ਇੱਕ ਸ਼ਹਿਰ ਹੈ ਨਾ ਸਾਰੀਆਂ ਚੀਜ਼ਾਂ ਕੋਲ ਕੋਲ ਹੀ ਨੇ ਟੈਕਸੀ 'ਤੇ ਵੀ ਜਾਣਾ ਹੋਵੇ ਤਾਂ ਇੰਨਾ ਜ਼ਿਆਦਾ ਐਕਸਪੈਂਸਿਵ ਨਹੀਂ ਲੱਗਦਾ ਦੋਸਤੋ ਹੁਣ ਅਸੀਂ ਨਿਕਲ ਰਹੇ ਹਾਂ ਇਹਨਾਂ ਗਲੀਆਂ ਦੇ ਵਿੱਚ ਜਿਹੜਾ ਨਾ ਕਿ ਮੇਰੀ ਬੇਗਮ ਜਿਹੜੀ ਹੈ ਉਹ ਸਕੂਲ ਵੀ ਜਾਂਦੀ ਰਹੀ ਹੈ ਇਹਨਾਂ ਗਲੀਆਂ 'ਚ ਹੁੰਦੀ ਹੋਈ ਇਹਨਾਂ ਗਲੀਆਂ 'ਚ ਕੰਮ ਤੇ ਵੀ ਜਾਂਦੀ ਰਹੀ ਹੈ ਅਤੇ ਇਹਨਾਂ ਗਲੀਆਂ 'ਚ ਹੀ ਮੈਂ ਜਦੋਂ ਪਹਿਲੀ ਦਫਾ ਜਾਪਾਨ ਆਇਆ ਸਾਂ ਤੇ ਇੱਥੇ ਹੀ ਰਹਿਣਾ ਆ ਕੇ ਨਾ ਜੀ ਹੈ ਬਾਏ ਮੋਬਾਈਲ ਇੱਥੇ ਅਸੀਂ ਆਪਣਾ ਕੰਮ ਮੁਕਾਉਣਾ ਉਸ ਤੋਂ ਬਾਅਦ ਫਿਰ ਕਰਨੀ ਅਗਲੀ ਗੱਲ ਉਹਦੇ ਬਾਅਦ私のカメラです。カメラ。2個ਲੋ ਦੋਸਤੋ ਸਾਸੂ ਮਾਂ ਨੇ ਚੀਜ਼ਾਂ ਪਕਾਈਆਂ ਨੇ ਬਲਕਿ ਬਣਾਈਆਂ ਨੇ ਅਸੀਂ ਹੁਣ ਲੰਚ ਕਰ ਲਈਏ ਇਹ ਇਹਨਾਂ ਦੀ ਭੁੱਖ ਮਰ ਗਈ ਹੈ ਉਮਰ 'ਚ ਨਾ ਕੁਝ ਖਾਸ ਚੀਜ਼ਾਂ ਨਹੀਂ ਖਾਂਦੇ ਬਣਾਉਂਦੇ ਨਾ ਸਾਡੇ ਵਾਸਤੇ ਇਹਨਾਂ ਨੇ ਬਣਾਈਆਂ ਨੇ ਤੇ ਕਹਿੰਦੇ ਤੁਸੀਂ ਖਾਓ ਤੇ ਅਸੀਂ ਹੁਣ ਖਾ ਕੇ ਤੇ ਫਿਰ ਇਹਨਾਂ ਨੂੰ ਲੈ ਕੇ ਜਾਵਾਂਗੇ ਇੱਕ ਹੋਰ ਜਗ੍ਹਾ ਤੇ ਉੱਥੇ ਇਹਨਾਂ ਨੂੰ ਕੋਈ ਸ਼ੋਪਿੰਗ ਕਰਾਉਣੀ ਹੈ ਕੋਈ ਇਹਨਾਂ ਨੂੰ ਸ਼ੂਜ਼ ਵਗੈਰਾ ਲੈ ਕੇ ਦੇਣੇ ਨੇ ਇਹ ਨੇ ਚਿਕਨ ਦੇ ਪਕੌੜੇ ਨਾਲ ਕੋਈ ਸੌਸ ਜਾਈਏ
ਇਹ ਸਪੈਸ਼ਲ ਘਰ ਦਾ ਬਣਿਆ ਜਿਹੜਾ ਕਿ ਮਿਸੋ ਸੂਪ ਹੈ, ਮੈਨੂੰ ਬਹੁਤ ਮਜ਼ੇਦਾਰ ਲੱਗਦਾ। ਇਹਦੇ 'ਚ ਵੀ ਕਾਫੀ ਸਬਜ਼ੀਆਂ ਨੇ, ਸਮੁੰਦਰੀ ਸਬਜ਼ੀਆਂ ਨਾਲ ਹੈ। ਜੈਪਨੀਜ਼ ਰਾਈਸ ਨੇ, ਜਿਸ ਤਰ੍ਹਾਂ ਅਸੀਂ ਰੋਟੀ ਦੇ ਨਾਲ ਹਰ ਚੀਜ਼ ਖਾਂਦੇ ਹਾਂ, ਇਸ ਤਰ੍ਹਾਂ ਇਹ ਹਰ ਚੀਜ਼ ਅਸੀਂ ਚਾਵਲਾਂ ਦੇ ਨਾਲ ਖਾਵਾਂਗੇ। ਨਾਲ ਇਹ ਅੰਡਾ ਜਿਸ ਤਰ੍ਹਾਂ ਨਹੀਂ ਹੁੰਦਾ ਅੰਡਾ, ਇਹ ਸਿਰਫ ਅੰਡਾ ਹੈ, ਆਮਲੇਟ ਟਾਈਪ ਨਾ, ਤੇ ਇਹ ਨਾਲ ਸਲਾਦ ਹੈ, ਹੈਲਦੀ ਖਾਣੇ। बेगम मेरी भी खाना बनानी यहीं था, लेकिन जो इन्होंने बनाया ना वो एंड है, मतलब बहुत ही अच्छा। ਇਹ ਕੋਈ ਸਲਾਦ ਹੈ, ਇਹਦੇ ਵਿੱਚ ਪਤਾ ਨਹੀਂ ਕੀ ਇਹਨਾਂ ਨੇ ਪਾਇਆ, ਨਮਕੀਨ ਜਿਹੀ, ਲੇਕਿਨ ਬਹੁਤ ਮਜ਼ੇ ਦੀ। ਹਾਂ ਤਾਂ ਜਿਹੜੀ ਹੋਈ あ、そう。ごめんなさいね。 ਇਹਦੀ ਮਾਜ਼ਰਤ ਮੈਂごめんな ਦੱਸਿਆ さい ਮੈਂ ね ਕਿ ਤੇਰੇ ਨਾਲੋਂ ਜ਼ਿਆਦਾ ਟੇਸਟੀ ਹੈ, ਉਹ ਮਾਫੀ ਮੰਗਦੀ ਪਈ ਹੈ। ええの。 あなたも美味しいけど、 そう。あなたより美味しい。 そうかな。めっちゃお母さん入ってるけどな。知らない それ頭で買ったままビデオに映ってる。あなたの。いや、 ਵੈਸੇ ਵੀ やめてって言った。頭までやだ。 ਉਹਨਾਂ ਨੇ ਮੱਥੇ ਉੱਤੇ ਪੱਟੀ ਲਾਈ ਹੈ। 頭痛いから。 ਸਿਰ 'ਚ ਦਰਦ ਹੁੰਦਾ ਨਾ ਤੇ ਉਹ ਪੱਟੀਆਂ ਦਿੰਦੇ ਨੇ ਡਾਕਟਰ, ਉਹ ਪੱਟੀਆਂ ਲਾਈਆਂ ਨੇ ਤੇ ਉਹ ਕਹਿ ਰਹੇ ਨੇ ਕਿ ਮੈਨੂੰ ਨਾ ਇਹ ਵੀਡੀਓ 'ਚ ਪਾਈ ਹੈ ਪੱਟੀ ਲਾ ਕੇ। ਤੇ ਲਾਸਟ ਤੇ ਇਹ ਜਿਹੜਾ ਕਿ ਅੰਡਾ ਹੈ, ਮਤਲਬ ਇਹ ਸਿਰਫ ਅੰਡਾ ਹੀ ਹੈ, ਲੇਕਿਨ ਇਹਨੂੰ ਖਾਸ ਤਰੀਕੇ ਨਾਲ ਇਹਨੂੰ ਫੋਲਡ ਕਰਕੇ ਤੇ ਪਕਾਇਆ ਗਿਆ। ਇਹਨਾਂ ਦੇ ਘਰ ਦੇ ਵਿੱਚ ਹਰ ਕਿਸਮ ਦੀ ਸਹੂਲਤ ਮੌਜੂਦ ਹੈ, ਔਰ ਇਹਨਾਂ ਨੂੰ ਬਹੁਤ ਜ਼ਿਆਦਾ ਚੀਜ਼ਾਂ ਨੂੰ ਮੇਨਟੇਨ ਕਰਕੇ ਰੱਖਣ ਦੀ ਆਦਤ ਹੈ। ਹਰ ਚੀਜ਼ ਜਿਹੜੀ ਇਹਨਾਂ ਨੇ ਇਸ ਤਰ੍ਹਾਂ ਸੰਭਾਲ ਕੇ ਬੰਨ੍ਹ ਕੇ ਰੱਖੀ ਹੈ। ਤੇ ਚੈੱਕ ਕਰੋ, ਕਿਤਾਬਾਂ ਇਹ ਉਹ ਚੀਜ਼ਾਂ, ਹਰ ਚੀਜ਼ ਸਲੀਕੇ ਦੇ ਨਾਲ ਰੱਖੀ ਹੈ। ਇਸ ਉਮਰ ਦੇ ਵਿੱਚ ਇਹਨਾਂ ਨੂੰ ਨਜ਼ਰ ਵੀ ਨਹੀਂ ਸਹੀ ਆਉਂਦਾ। ਇਹਨਾਂ ਦੀ ਇੱਕ ਅੱਖ ਦੀ ਜਿਹੜੀ ਬਿਨਾਈ ਹੈ ਉਹ ਟੋਟਲ ਜਾ ਚੁੱਕੀ ਹੈ। ਇੱਕ ਅੱਖ ਦੇ ਵਿੱਚੋਂ ਇਹਨਾਂ ਨੂੰ ਸਹੀ ਨਜ਼ਰ ਵੀ ਨਹੀਂ ਆਉਂਦਾ, ਮਤਲਬ ਬੜਾ ਗੁਜ਼ਾਰਾ ਚੱਲ ਰਿਹਾ ਮਸਾਂ ਮਸਾਂ। ਹੁਣ ਕਈ ਲੋਕਾਂ ਦਾ ਸਵਾਲ ਹੋਏਗਾ ਕਿ ਤੁਸੀਂ ਇਹਨਾਂ ਨੂੰ ਨਾਲ ਕਿਉਂ ਨਹੀਂ ਰੱਖਦੇ ਜਾਂ ਇੰਨੇ ਦੂਰ ਕਿਉਂ ਰਹਿੰਦੇ ਨੇ। ਇਹਦੇ 'ਚ ਦੋ ਚੀਜ਼ਾਂ ਨੇ। ਇੱਕ ਤਾਂ ਕੁਝ ਐਸੀਆਂ ਪਰਸਨਲ ਚੀਜ਼ਾਂ ਨੇ, ਕੁਝ ਐਸੇ ਮਸਾਇਲ ਨੇ ਜਿਹੜੇ ਅਸੀਂ ਸ਼ਾਇਦ ਨਹੀਂ ਦੱਸਾਂਗੇ, ਕਦੀ ਵੀ ਕੋਈ ਵੀ ਨਹੀਂ ਦੱਸਦਾ। ਔਰ ਦੂਸਰਾ ਇਹ ਹੈ ਕਿ ਇਹ ਖੁਦ ਇਹਨਾਂ ਨੂੰ ਇੱਥੇ ਰਹਿਣਾ ਪਸੰਦ ਹੈ, ਇਹ ਆਪਣੀ ਇਸ ਜਗ੍ਹਾ ਨੂੰ ਨਹੀਂ ਛੱਡ ਸਕਦੇ, ਔਰ ਅਸੀਂ ਇੱਥੇ ਰਹਿ ਨਹੀਂ ਸਕਦੇ, ਅਸੀਂ ਇੱਥੇ ਸਰਵਾਈਵ ਨਹੀਂ ਕਰ ਸਕਦੇ। ਔਰ ਲੇਕਿਨ ਅੱਛੀ ਚੀਜ਼ ਇਹ ਹੈ ਕਿ ਗੌਰਮੈਂਟ ਤੋਂ ਹਰ ਕਿਸਮ ਦੀ ਸਹੂਲਤ ਇਹਨਾਂ ਨੂੰ ਇੱਥੇ ਮਿਲਦੀ ਹੈ, ਇਹਨਾਂ ਦਾ ਹਰ ਕਿਸਮ ਦਾ ਇਲਾਜ ਹੁੰਦਾ ਹੈ, ਔਰ ਅਸੀਂ ਉੱਥੋਂ ਬਾਕਾਇਦਗੀ ਦੇ ਨਾਲ ਇਹਨਾਂ ਨੂੰ ਮੋਨੀਟਰ ਕਰਦੇ ਰਹਿੰਦੇ ਹਾਂ, ਔਰ ਇਹਨਾਂ ਨੂੰ ਜ਼ਰੂਰਤ ਪੈਣ 'ਤੇ ਪੈਸੇ ਵਗੈਰਾ ਵੀ ਭੇਜਦੇ ਰਹਿੰਦੇ ਹਾਂ। ਉਹ ਸਾਹਮਣੇ ਬਿਲਡਿੰਗ ਹੈ, ਉੱਥੇ ਵੀ ਇਸੇ ਤਰ੍ਹਾਂ ਦੇ ਲੋਕ ਰਹਿੰਦੇ ਨੇ। ਔਰ ਇਹ ਜਿਹੜੀ ਬਿਲਡਿੰਗ ਹੈ ਗੌਰਮੈਂਟ ਵੱਲੋਂ ਇਹਨਾਂ ਨੂੰ ਮਿਲੀ ਹੈ ਨਾ, ਅਤੇ ਇਸ ਬਿਲਡਿੰਗ ਦੇ ਵਿੱਚ ਜਿੰਨਾ ਵੀ ਸਾਰੀਆਂ ਸਹੂਲਤਾਂ ਨੇ ਸਾਰੀਆਂ ਗੌਰਮੈਂਟ ਖਰਚਾ ਉਠਾਉਂਦੀ ਹੈ। ਹੁਣ ਐਸੀਆਂ ਚੀਜ਼ਾਂ ਇੱਥੇ ਲੱਗੀਆਂ ਨੇ ਜਿਹੜੀਆਂ ਮੈਂ ਜ਼ਿੰਦਗੀ 'ਚ ਕਦੀ ਵੇਖੀਆਂ ਹੀ ਨਹੀਂ। ਐਡਾ ਇਹ ਚੌੜਾ ਐ ਸੀ, ਮੈਂ ਅੱਜ ਤੱਕ ਕਦੀ ਨਹੀਂ ਵੇਖਿਆ। ਇਹਦਾ ਕੀ ਫੰਕਸ਼ਨ, ਸ਼ਾਇਦ ਇਹਦੇ ਵਿੱਚ ਕੋਈ ਬੜਾ ਵੱਡਾ ਇਹਦੇ 'ਚ ਬਲੋਰ ਲੱਗਿਆ ਜਾਂ ਕੀ ਹੈ, ਮਤਲਬ ਲੇਟੈਸਟ ਚੀਜ਼ਾਂ, ਲੇਟੈਸਟ ਟੈਕਨੋਲੋਜੀ। ਔਰ ਫਰਸ਼ ਜਿਹੜਾ ਹੈ ਇਹ ਕੋਈ ਇਹਦੇ ਅੰਦਰ ਕੋਈ ਹੀਟ ਲੱਗੀ ਜਾਂ ਕੀ ਲੱਗਿਆ, ਥੋੜ੍ਹਾ ਥੋੜ੍ਹਾ ਗਰਮ ਹੈ। ਟੂ ਬੀ ਓਨੈਸਟ, ਅਗਰ ਸਾਡੇ 'ਤੇ ਹੋਵੇ ਸਿਰਫ ਤੇ ਅਸੀਂ ਇਹ ਸਾਰੀਆਂ ਸਹੂਲਤਾਂ ਇਹਨਾਂ ਨੂੰ ਇਸ ਤਰ੍ਹਾਂ ਨਾ ਦੇ ਪਾਈਏ। ਔਰ ਹਾਂ, ਇੱਕ ਹੋਰ ਚੀਜ਼ ਹੈ ਕਿ ਇਹ ਸਾਡੇ ਤੋਂ ਵੀ ਬਹੁਤ ਅੱਛੀ ਜ਼ਿੰਦਗੀ ਇਸ ਤਰ੍ਹਾਂ ਰਹਿ ਰਹੇ ਨੇ। ਠੀਕ ਹੈ, ਅਸੀਂ ਇਹ ਇੰਨਾ ਅੱਛਾ ਵੱਡੀ ਬਿਲਡਿੰਗ ਦੇ ਵਿੱਚ ਇੰਨਾ ਖੁੱਲ੍ਹਾ ਅਪਾਰਟਮੈਂਟ, ਔਰ ਇਹ ਸਾਰੀਆਂ ਨਵੀਆਂ ਚੀਜ਼ਾਂ, ਨਵਾਂ ਫਰਨੀਚਰ, ਨਵੀਂ ਇਲੈਕਟ੍ਰੋਨਿਕਸ, ਇਹ ਅਸੀਂ ਅਫੋਰਡ ਨਹੀਂ ਕਰ ਸਕਦੇ। ਇਹ ਵੇਖੋ, ਇੱਕ ਇੱਕ ਚੀਜ਼ ਦੇ ਵਿੱਚ ਨਾ ਕਿੰਨਾ ਸਲੀਕਾ ਹੈ। ਇਹ ਜੁੱਤੀਆਂ ਕਿੱਥੇ ਪੁੱਠੀਆਂ ਕਰਕੇ ਇਹਨਾਂ ਨੇ ਆਪ ਰੱਖੀਆਂ ਨੇ, ਤਾਂ ਕਿ ਜੁੱਤੀਆਂ ਦੇ ਵਿੱਚ ਪਾਣੀ ਜਾਂ ਜਿਹੜਾ ਕਿ ਡਸਟ ਵਗੈਰਾ ਨਾ ਇਕੱਠੀ ਹੋਵੇ। ਇਹ ਬਾਅਦ 'ਚ ਜਦੋਂ ਨਿਕਲਣਾ ਇਹਨਾਂ ਨੇ ਸਿੱਧੀਆਂ ਕਰਨੀਆਂ ਔਰ ਫਿਰ ਪਾ ਲੈਣੀਆਂ ਨੇ। ਮਤਲਬ ਇੱਕ ਇੱਕ ਚੀਜ਼ ਦੇ ਵਿੱਚ ਨਾ ਸਲੀਕਾ ਨਜ਼ਰ ਆਉਂਦਾ। ਦੇਖੋ ਕਿੱਡਾ ਤਗੜਾ ਏਸੀ ਲੱਗਿਆ, ਇੰਨਾ ਏਸੀ ਜਿਹੜਾ ਨਾ ਬੜੇ ਵੱਡੇ ਕਮਰੇ ਵਾਸਤੇ ਹੁੰਦਾ ਹੈ ਬਹੁਤ, ਯਾਨੀ ਕਿ ਬੁੱਢੇ ਬੰਦਿਆਂ ਨੂੰ ਲੱਗਦੀ ਹੈ ਸਰਦੀ ਜ਼ਿਆਦਾ, ਇਸ ਵਜ੍ਹਾ ਤੋਂ ਉਹਨਾਂ ਨੇ ਸਹੀ ਚੀਜ਼ਾਂ ਇਹਨਾਂ ਨੂੰ ਮੁਯੱਸਰ ਕੀਤੀਆਂ ਨੇ। ਅਤੇ ਮੈਂ ਵੀ ਜਿਹੜਾ ਜਿਸ ਤਰ੍ਹਾਂ ਜੁੱਤੀਆਂ ਚੁੱਕੀਆਂ ਨੇ ਉਸੇ ਤਰ੍ਹਾਂ ਹੀ ਰੱਖਾਂਗਾ। ਬਸ ਮੇਰੀ ਵੀ ਇਹ ਆਦਤ ਹੈ ਕਿ ਮੈਂ ਘੱਟ ਤੋਂ ਘੱਟ ਆਪਣੇ ਨਿਸ਼ਾਨਾਤ ਛੱਡ ਕੇ ਜਾਣਾ, ਖ਼ਾਸ ਤੌਰ 'ਤੇ ਨੈਗੇਟਿਵ ਨਿਸ਼ਾਨਾਤ ਮਿਟਾ ਕੇ ਜਾਣਾ ਆਪਣੇ, ਤਾਂ ਕਿ ਅਗਲਾ ਦੁਬਾਰਾ ਵੀ ਉਹਦਾ ਬੁਲਾਉਣ 'ਤੇ ਦਿਲ ਕਰੇ ਤੁਹਾਨੂੰ ਦਾਵਤ 'ਤੇ। ਇਸ ਤਰ੍ਹਾਂ ਬੈਠੇ ਨੇ, ਟੀਵੀ ਵੇਖਦੇ ਨੇ ਅੱਜ ਕਰਕੇ ਇੱਥੇ। ਮੈਂ ਇਹਨਾਂ ਦੇ ਮੋਬਾਈਲ ਦੀ ਸਾਰੀ ਸੈਟਿੰਗ ਕਰ ਦਿੱਤੀ ਹੈ। ਇਹਨਾਂ ਦੇ ਮੋਬਾਈਲ 'ਤੇ ਕਾफ़ੀ ਚੀਜ਼ਾਂ ਖ਼ਰਾਬ ਹੋਈਆਂ ਸਨ। ਮੈਂ ਪਿਛਲੇ 1.5 ਘੰਟੇ ਤੋਂ ਇਹਨਾਂ ਦੇ ਮੋਬਾਈਲ ਦੀ ਸਾਰੀ ਸੈਟਿੰਗ ਕਰ ਰਿਹਾ ਸਾਂ। ਇਹਨਾਂ ਨੇ ਆਪਣੇ ਮਸਲੇ ਦੱਸੇ, ਉਹਨਾਂ ਦੇ ਹਰ ਮਸਲੇ ਦਾ ਹੱਲ ਕੱਢਿਆ। ਮੈਨੂੰ ਇਹਨਾਂ ਚੀਜ਼ਾਂ ਦਾ ਵੈਸੇ ਇੰਟਰਸਟ ਹੈ ਔਰ ਸ਼ੌਕ ਵੀ ਹੈ ਬਚਪਨ ਤੋਂ ਹੀ ਨਾ, ਕਿ ਕਹਿੰਦੇ ਨੇ ਕਿ ਮੈਨੂੰ ਪਤਾ ਹੀ ਨਹੀਂ ਲੱਗਦਾ ਕਿਹਦਾ ਮੈਸੇਜ ਆਉਂਦਾ ਹੈ, ਅਤੇ ਉਹ ਫਿਰ ਮੈਂ ਭੁੱਲ ਜਾਂਦੀ ਹਾਂ, ਫਿਰ ਮੈਨੂੰ ਮੈਸੇਜ ਯਾਦ ਨਹੀਂ ਹੁੰਦੇ। ਫਿਰ ਮੈਂ 2 ਸੈਟਿੰਗਸ
ਲੱਭ ਕੇ ਅੰਦਰੋਂ ਕੀਤੀਆਂ ਨੇ। ਇੱਕ ਤੇ ਉਹ ਹੈ ਨਾ ਜਿਹੜਾ ਆਈਫੋਨ ਦੇ ਵਿੱਚ ਹੁੰਦਾ ਕਿ ਫਲੈਸ਼ ਵੱਜਦਾ ਹੈ, ਅਗਰ ਫੌਰਨ ਤੁਹਾਨੂੰ ਪਤਾ ਲੱਗ ਜਾਂਦਾ ਕਿਸੇ ਦੀ ਕਾਲ ਆ ਰਹੀ ਹੈ ਜਾਂ ਫਲੈਸ਼ ਵੱਜਦਾ ਹੈ। ਉਹ ਦੂਸਰਾ ਇੱਕ ਹੋਰ ਫੀਚਰ ਹੈ ਜਿਹਦਾ ਨਾਮ ਹੈ ਨੋਟੀਫਿਕੇਸ਼ਨ ਰਿਮਾਈਂਡਰ। ਅਗਰ ਤੁਸੀਂ ਨੋਟੀਫਿਕੇਸ਼ਨ ਨਹੀਂ ਖੋਲਦੇ ਜਾਂ ਭੁੱਲ ਜਾਂਦੇ ਹੋ ਜਾਂ ਕਹਿੰਦੇ ਹੋ ਮੈਂ ਬਾਅਦ 'ਚੋਂ ਵੇਖ ਲਾਂਗਾ, ਤੇ ਉਹ ਹੋਰ ਕੋਈ 5 ਮਿੰਟ ਬਾਅਦ ਜਾਂ 10 ਮਿੰਟ ਬਾਅਦ ਉਹ ਦੁਬਾਰਾ ਫਲੈਸ਼ ਕਰੇਗਾ, ਦੁਬਾਰਾ ਰਿਮਾਈਂਡ ਕਰਾਏਗਾ। ਫਿਰ ਇੱਕ ਹੋਰ ਫੀਚਰ ਔਨ ਕੀਤਾ ਸੈਮਸੰਗ ਦਾ ਮੋਬਾਈਲ ਹੈ ਐਜ ਲਾਈਟਨਿੰਗ, ਯਾਨੀ ਕਿ ਅਗਰ ਮੋਬਾਈਲ ਦੀ ਸਕਰੀਨ ਬੰਦ ਹੈ ਤੇ ਸਕਰੀਨ ਦੇ ਸਾਈਡਾਂ ਦੇ ਉੱਤੇ ਲਾਈਟ ਚੱਲੇਗੀ, ਯਾਨੀ ਕਿ ਪਤਾ ਲੱਗੇਗਾ ਕਿ ਕੋਈ ਮੈਸੇਜ ਆ ਰਿਹਾ ਹੈ। ਇਹ 3-4 ਫੀਚਰ ਇਹਨਾਂ ਨੂੰ ਕਰ ਦਿੱਤੇ ਨੇ ਕਿ ਉਮੀਦ ਕਰਨਾ ਇਹਨਾਂ ਨੂੰ ਕੰਮ ਆਉਣਗੇ। ਇਸ ਵਕਤ ਇਹਨਾਂ ਦੀ ਉਮਰ ਹੋ ਗਈ ਹੈ ਕਾਸਾ ਇਮਾਨ ਨਾਨਸਾਈ ਉਹ ਕਿੱਥੋਂ ਦੇਸ ਕਾ 73になった。 ਨਾਨਾ ਜੀ ਸਾਨ 3ਹੁਣ月に3になったの。 ਹਾਂ ਹੁਣ ਇਹਨਾਂ ਦੀ ਉਮਰ ਹੋ ਗਈ ਹੈ 73 ਸਾਲ। ਨਾਨਾ ਜੀ ਸਾਨ ਨੇ ਇਹ ਹਾਲਾਂਕਿ ਬਹੁਤ ਜ਼ਿਆਦਾ ਬਿਮਾਰ ਨੇ, ਬਿਮਾਰੀ ਦੀ ਇਸ ਹਾਲਤ ਦੇ ਵਿੱਚ ਵੀ ਇਹਨਾਂ ਨੇ ਅਸੀਂ ਕ੍ਰਾਸ ਕਰ ਜਾਣਾ, ਮੈਨੂੰ ਪੱਕਾ ਪਤਾ ਹੈ। ਬਾਕੀ ਜ਼ਿੰਦਗੀ ਮੌਤ ਤੇ ਰੱਬ ਦੇ ਹੱਥ ਦੇ ਵਿੱਚ ਨਾ, ਲੇਕਿਨ ਇਹ ਕਿ ਜਾਪਾਨੀਆਂ ਦੀ ਏਜ ਜਿਹੜੀ ਨਾ ਬਿਮਾਰੀ ਦੇ ਨਾਲ ਵੀ 70 ਪਲੱਸ ਹੀ ਹੁੰਦੀ ਹੈ। ਅੱਛੀ ਜ਼ਿੰਦਗੀ ਗੁਜ਼ਾਰ ਰਹੇ ਨੇ ਇਸ ਉਮਰ ਦੇ ਵਿੱਚ ਨਾ, ਬੁਢਾਪੇ ਦੇ ਵਿੱਚ ਕਿਸੇ ਦੀ ਮੁਹਤਾਜੀ ਕੋਈ ਨਹੀਂ। ਇਹਨਾਂ ਦਾ ਇੱਕ ਬੇਟਾ ਹੈ, ਉਹ ਇੱਥੇ ਇਸੇ ਸ਼ਹਿਰ 'ਚ ਰਹਿੰਦਾ ਹੈ ਕੋਲ ਹੀ ਨਾ, ਉਹ ਵੀ ਕਦੀ ਕਦੀ ਇਹਨਾਂ ਨਾਲ ਰਾਬਤਾ ਕਰ ਲੈਂਦਾ ਹੈ। ਔਰ ਇੱਕ ਸਭ ਤੋਂ ਅਹਿਮ ਗੱਲ ਕਿ ਇਹ ਖੁਦ ਇਸ ਤਰ੍ਹਾਂ ਇਹ ਜ਼ਿੰਦਗੀ ਇਹਨਾਂ ਨੇ ਚੂਜ਼ ਕੀਤੀ ਔਰ ਇਹਨੂੰ ਪਸੰਦ ਵੀ ਕਰਦੇ ਨੇ, ਔਰ ਦੂਸਰੇ ਲੋਕਾਂ ਦੀ ਜ਼ਿੰਦਗੀ 'ਚ ਇੰਟਰਫੇਅਰ ਵੀ ਨਹੀਂ ਕਰਨਾ ਚਾਹੁੰਦੇ, ਔਰ ਇਹ ਵੀ ਨਹੀਂ ਚਾਹੁੰਦੇ ਕਿ ਇਹਨਾਂ ਦੀ ਜ਼ਿੰਦਗੀ 'ਚ ਕੋਈ ਇੰਟਰਫੇਅਰ ਕਰੇ, ਇਵਨ ਕਿ ਇਸ ਉਮਰ ਦੇ ਵਿੱਚ ਵੀ ਕਿ ਮਾਂ ਜੀ ਤੁਸੀਂ ਇੰਝ ਰਹਿ ਲਓ, ਉਂਝ ਰਹਿ ਲਓ, ਠੀਕ ਹੈ। ਆਪਣਾ ਜੋ ਇਹਨਾਂ ਦਾ ਦਿਲ ਕਰਦਾ ਖਾਂਦੇ ਨੇ, ਪੀਂਦੇ ਨੇ, ਸ਼ਾਪਿੰਗ ਕਰਦੇ ਨੇ, ਆਰਡਰ ਕਰਦੇ ਨੇ, ਮੁਖਤਲਿਫ ਚੀਜ਼ਾਂ ਟਰਾਈ ਕਰਦੇ ਰਹਿੰਦੇ ਨੇ। ਜਿਸ ਤਰ੍ਹਾਂ ਕਿ ਹੁਣ ਦੱਸਦੇ ਪਏ ਸਨ ਮੈਨੂੰ, ਇਹ ਇੱਕ ਨਾ ਇਹਨਾਂ ਨੇ ਇਹ ਕੁਰਸੀ 'ਤੇ ਬਹਿੰਦੇ ਨੇ ਨਾ, ਇਹਨਾਂ ਨੂੰ ਠੰਡ ਬਹੁਤ ਲੱਗਦੀ ਹੈ, ਅਤੇ ਬਿਲਕੁਲ ਇਹ ਏਸੀ ਦੀ ਹਵਾ ਦੇ ਥੱਲੇ, ਅਤੇ ਇੱਥੇ ਬਹਿ ਕੇ ਨਾ ਅਤੇ ਇਹਦੇ ਉੱਤੇ ਪੈਰ ਰੱਖਦੇ ਨੇ ਇੰਝ ਕਰਕੇ, ਅਤੇ ਇਹ ਕੰਬਲ ਲੱਤਾਂ 'ਤੇ ਲਪੇਟ ਲੈਂਦੇ ਨੇ। ਇਹਦੇ ਅੰਦਰ ਵੀ ਜਿਹੜਾ ਨਾ ਕਿ ਸਪਰਿੰਗ ਲੱਗੇ ਨੇ ਇੰਝ ਨਾ, ਨਾਲ ਨਾਲ ਵਰਜਿਸ਼ ਵੀ ਹੋਏਗੀ, ਯਾਨੀ ਕਿ ਇਹ ਲੱਤ ਦੀ ਨਾ ਲੱਤਾਂ ਦੀ ਵਰਜਿਸ਼ ਵੀ ਹੋਏਗੀ। ਔਰ ਇਹ ਸਾਰੀਆਂ ਇਹਨਾਂ ਨੇ ਚੀਜ਼ਾਂ, ਇਹ ਜਿਹੜਾ ਟੀਵੀ ਹੈ ਨਾ ਸਵੇਰੇ ਸਵੇਰੇ ਦੇ 'ਤੇ ਮਸ਼ਹੂਰੀ ਲੱਗਦੀ ਹੈ, ਜੋ ਦਿਲ ਹੁੰਦਾ ਇਹਨਾਂ ਨੂੰ ਪਸੰਦ ਆਉਂਦਾ ਅਤੇ ਉਹ ਇਹ ਖਰੀਦ ਲੈਂਦੇ ਨੇ ਫ਼ੋਨ ਕਰਕੇ। ਲੇਕਿਨ ਇਹ ਬੜੀ ਛਿੱਲ ਲਾਉਂਦੇ ਨੇ, ਬੜੇ ਐਕਸਟਰਾ ਪੈਸੇ ਲੈਂਦੇ ਨੇ। ਉਹ ਸਾਨੂੰ ਸੀਟ 'ਤੇ ਬਹਿਣ ਵਾਸਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਫੋਮ ਦੀਆਂ ਗੱਦੀਆਂ ਇਹਨਾਂ ਨੇ ਦਿੱਤੀਆਂ ਨਾ ਰਬੜ ਦੀਆਂ, ਉਹ ਵੀ ਇੱਥੋਂ ਇਹਨਾਂ ਨੇ ਕਿਧਰੋਂ ਆਰਡਰ ਕੀਤੀਆਂ ਸਨ। ਇਸ ਤਰ੍ਹਾਂ ਹੋਰ ਇਹਨਾਂ ਨੇ ਆਪਣੇ ਘਰਾਂ 'ਚ ਕਾਫੀ ਚੀਜ਼ਾਂ ਦਾ ਜਿਹੜਾ ਨਾ ਉਹ ਰਸ਼ ਪਾਏ ਹੈ। ਅਤੇ ਅਸੀਂ ਮਜ਼ੀਦ ਇੱਥੇ ਤਕਰੀਬਨ 2-3 ਦਿਨ ਰਹਾਂਗੇ, ਅਤੇ ਡੇਲੀ ਅਸੀਂ ਆਪਣਾ ਵੀ ਘੁੰਮਾ ਫਿਰਾਂਗੇ ਔਰ ਸ਼ਾਮ ਨੂੰ ਇਹਨਾਂ ਨਾਲ ਆ ਕੇ ਟਾਈਮ ਸਪੈਂਡ ਕਰਾਂਗੇ। ਮੇਰੀ ਵਾਈਫ ਨੇ ਆਪਣੀਆਂ ਸਹੇਲੀਆਂ ਨੂੰ ਮਿਲਣਾ ਹੈ, ਪੁਰਾਣੀਆਂ ਸਹੇਲੀਆਂ, ਉਹ ਲਾਜ਼ਮੀ ਹੈ, ਅਤੇ ਮੈਂ ਇਹਨੂੰ ਵੀ ਡਰੋਪ ਕਰ ਦਿਆਂਗਾ ਕਿਧਰੇ, ਅਤੇ ਇਹ ਵੀ ਘੁੰਮੇ ਫਿਰੇਗੀ, ਮੈਂ ਵੀ ਥੋੜ੍ਹਾ ਜਿਹਾ ਏਰੀਆ ਵੇਖਾਂਗਾ। ਮਤਲਬ ਸਪੇਸ ਵੀ ਦੇਣੀ ਹੈ, ਜਿੱਥੇ ਅਸੀਂ ਇਕੱਠਿਆਂ ਜਾਣਾ ਅਸੀਂ ਉਹ ਇਕੱਠਿਆਂ ਵਾਲੇ ਸਾਡੇ ਲਹਿਦਾ ਨੇ, ਫਿਰ ਜਿੱਥੇ ਇਹਨੇ ਆਪਣੀ ਸਹੇਲੀਆਂ ਨੂੰ ਮਿਲਣ ਜਾਣਾ ਉੱਥੇ ਮੈਂ ਆਊਟ ਹਾਂ। ਮਤਲਬ ਮੈਨੂੰ ਕੋਈ ਪ੍ਰੋਬਲਮ ਨਹੀਂ, ਮੈਂ ਜੁਆਇਨ ਕਰ ਸਕਦਾ, ਲੇਕਿਨ ਮੈਂ ਕੀ ਉਹਨਾਂ ਦੀਆਂ ਗੱਲਾਂ ਦੇ ਵਿੱਚ ਉੱਥੇ ਬੈਠਾ ਰਹਾਂਗਾ ਮੂੰਹ ਅੜ ਕੇ ਜਾਂ ਇੰਟਰਫੇਅਰ ਕਰਾਂਗਾ, ਅਤੇ ਉਹ ਆਪਣਾ ਇੰਜੋਏ ਕਰਨ ਆਪਣੀ ਸਹੇਲੀ ਦੇ ਨਾਲ। ਉਸ ਤੋਂ ਬਾਅਦ ਮੈਂ ਇੱਧਰ ਵਾਪਸ ਆਪਣੀ ਸਾਸੂ ਮਾਂ ਆ ਜਾਵਾਂਗਾ, ਇੱਥੇ ਟਾਈਮ ਸਪੈਂਡ ਕਰ ਲਾਂਗਾ ਇਹਨਾਂ ਨਾਲ। ਔਰ ਇੱਕ ਹੋਰ ਚੀਜ਼ ਹੈ ਕਿ ਮੈਂ ਇਹ ਜਿਹੜਾ ਚੀਜ਼ਾਂ ਤੁਹਾਨੂੰ ਦਿਖਾਉਂਦਾ ਸਿਰਫ 10% ਨੇ ਮੇਰੀ ਜ਼ਿੰਦਗੀ ਦਾ ਹਿੱਸਾ ਨੇ, 90% ਨਾ ਮੈਂ ਦਿਖਾਉਂਦਾ ਵਾ, ਨਾ ਮੈਨੂੰ ਦਿਖਾਉਣ ਦਾ ਕੋਈ ਬਹੁਤ ਜ਼ਿਆਦਾ ਸ਼ੌਕ ਹੈ। ਉਹਨਾਂ ਲੋਕਾਂ ਵਾਸਤੇ ਬਣਾਉਂਦਾ ਵਾ ਕਿ ਜਿਨ੍ਹਾਂ ਨੂੰ ਮੇਰੀ ਵੀਡੀਓਜ਼ ਵੇਖ ਕੇ ਕੋਈ ਨਾ ਕੋਈ ਹੈਲਪ ਮਿਲਦੀ ਹੈ, ਕੁਝ ਨਾ ਕੁਝ ਉਹ ਅੰਦਾਜ਼ਾ ਲਾਉਂਦੇ ਨੇ ਕਿ ਯਾਰ ਇਸ ਤਰ੍ਹਾਂ ਦੀ ਵੀ ਜ਼ਿੰਦਗੀ ਅੱਛੀ ਗੁਜ਼ਰ ਸਕਦੀ ਹੈ ਜਾਂ ਇਸ ਤਰ੍ਹਾਂ ਵੀ ਹੋ ਸਕਦਾ ਹੈ। ਅਤੇ ਦੂਸਰਾ ਹੈ ਕਿ ਜਿਹੜੇ ਲੋਕ ਅੱਛੇ ਤਰੀਕੇ ਨਾਲ ਕੰਟਰੀਬਿਊਟ ਕਰਦੇ ਨੇ, ਕਮੈਂਟਸ ਕਰਦੇ ਨੇ ਮੇਰੀ ਵੀਡੀਓਜ਼ ਨੂੰ, ਜਾਂ ਪੋਜ਼ੀਟਿਵ ਤਨਕੀਦ ਕਰਦੇ ਨੇ ਨਾ, ਮੈਨੂੰ ਉਹ ਵੀ ਅੱਛਾ ਲੱਗਦਾ ਹੈ। ਔਰ ਮੈਂ ਬਾਕਾਇਦਾ ਉਹ ਮੇਰੇ 'ਤੇ ਅਸਰਅੰਦਾਜ਼ ਹੁੰਦਾ ਹੈ, ਔਰ ਮੈਂ ਉਹ ਮਜ਼ੀਦ ਉਹਨੂੰ ਇਸਤੇਮਾਲ ਕਰਕੇ ਆਪਣੇ ਹੱਕ 'ਚ ਬਿਹਤਰ ਵਾਸਤੇ ਆਪਣੀਆਂ ਚੀਜ਼ਾਂ ਠੀਕ ਕਰਨ ਦੀ ਕੋਸ਼ਿਸ਼ ਕਰਨਾ। ਹੁਣ ਚੱਲੇ ਹਾਂ, ਇਹਨਾਂ ਨੂੰ ਖੁਦਾ ਹਾਫਿਜ਼ ਕਰਨੇ ਆ, ਫਿਰ ਕੱਲ ਦੁਬਾਰਾ ਮੁਲਾਕਾਤ ਕਰਾਂਗੇ। ਮੁਹਤਾਜ ਤਾਂ ਨਹੀਂ। 気付けてね。あ、なんか忘れた。 危ない危ない危ない。 ਚਲੋ ਚਲੀਏ ਹੁਣ। ਤੇ ਸਾਸੂ ਮਾਂ ਜਿਹੜੇ ਨੇ ਉਹ ਹਲੇ ਵੀ ਉੱਥੇ ਹੀ ਨੇ, ਇਹਨਾਂ ਨੇ ਸਾਡੀ ਗੱਡੀ ਲੰਘਾ ਕੇ ਇੱਧਰ ਜਾਣਾ ਵਾਪਸ। ਹੁਣ ਉੱਥੋਂ ਇਹਨਾਂ ਨੂੰ ਨਾ ਕੋਈ ਖਾਸ ਨਜ਼ਰ ਨਹੀਂ ਆ ਰਿਹਾ, ਗੱਡੀ ਨਜ਼ਰ ਆ ਰਹੀ ਹੋਏਗੀ ਲੇਕਿਨ ਅਸੀਂ ਨਹੀਂ ਨਜ਼ਰ ਆ ਰਹੇ। ਚਲੋ ਚਲੀਏ ਇੱਕੋ। ਓਕੇ ਬਾਏ ਬਾਏ। ਦੁਆ ਕਰਨਾ ਕਿ ਅੱਲਾਹ ਤਾਲਾ ਸਾਰਿਆਂ ਦੀ ਜ਼ਿੰਦਗੀਆਂ 'ਚ ਆਸਾਨੀਆਂ ਪੈਦਾ ਕਰੇ, ਅੱਲਾਹ ਤਾਲਾ ਤੁਹਾਨੂੰ ਸਭ ਨੂੰ ਖੁਸ਼ ਰੱਖੇ, ਅਤੇ ਮਿਲਨੇ ਆ ਤੁਹਾਨੂੰ ਇਸੇ ਤਰ੍ਹਾਂ ਕਿਸੇ ਹੋਰ ਵਲੋਗ ਦੇ ਵਿੱਚ। ਉਮੀਦ ਹੈ ਕਿ 4 ਦਿਨ ਇੱਥੇ ਰਹਿਣਾ ਅਤੇ 4 ਦਿਨਾਂ 4 ਵਲੋਗਸ 'ਤੇ ਆਉਣਗੇ। ਬਾਕੀ ਅੱਲਾਹ ਖੈਰ ਰੱਖੇ। ਅਸਲਾਮ ਵਾਲੇਕੁਮ।